ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 35ਵੇਂ ਵਿੱਚ ਅੱਜ ਆਪਾਂ ਖਟਕੜ ਗ੍ਰਾਮ ਦੇ ਚੋਰਾਂ ਦਾ ਅੰਨ੍ਹੇ ਹੋਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਗੁਰਦੇਵ ਜੀ ਸਮਾਣਾ ਪਿੰਡ ਤੋਂ ਹੁੰਦੇ ਹੋਏ ਖਟਕੜ ਪਿੰਡ ਦੇ ਨੇੜੇ ਪਹੁੰਚ ਗਏ ਅਤੇ ਉੱਥੇ ਜਾ ਕੇ ਗੁਰੂ ਜੀ ਨੇ ਉਤਾਰਾ ਕੀਤਾ। ਉੱਥੋਂ ਦੇ ਕਿਸਾਨਾਂ ਨੇ ਆ ਕੇ ਕੋਈ ਸੇਵਾ ਨਾ ਕੀਤੀ, ਧਨ ਦੇ ਕੇ ਭੋਜਨ ਮੁੱਲ ਮੰਗਵਾਇਆ ਅਤੇ ਆਪਣੇ ਸਾਥੀਆਂ ਦਾ ਖਾਣ ਪੀਣ ਸਭ ਵਿਧੀਆਂ ਨਾਲ ਕਰਵਾਇਆ। ਘੋੜਿਆਂ ਦੀ ਸਭ ਪ੍ਰਕਾਰ ਸੇਵਾ ਕੀਤੀ ਅਤੇ ਘਾਹ ਮੰਗਵਾ ਕੇ ਉਸ ਦਾ ਮੁੱਲ ਦੇ ਦਿੱਤਾ। ਉੱਥੇ ਦਾ ਫਿਰ ਜ਼ਿਮੀਂਦਾਰ ਆਇਆ। ਬਲਵਾਨ ਅਤੇ ਰਿਸ਼ਟ ਪੁਸ਼ਟ ਘੋੜੇ ਵੇਖ ਕੇ ਉਹ ਲਲਚਾ ਗਿਆ। ਆਪਸ ਵਿੱਚ ਮਿਲ ਕੇ ਉਸਨੇ ਸਲਾਹ ਕੀਤੀ, ਇਹ ਮਹਾਨ ਘੋੜੇ ਬਹੁਤ ਕੀਮਤੀ ਹਨ, ਰਾਤ ਨੂੰ ਇਹਨਾਂ ਨੂੰ ਚੁਰਾ ਲਈਏ। ਇਹ ਪਰਦੇਸੀ ਕੁਝ ਨਹੀਂ ਸਮਝ ਸਕਣਗੇ, ਲੈ ਕੇ ਚਲੇ ਜਾਵਾਂਗੇ, ਇਹਨਾਂ ਦਾ ਕੋਈ ਵੀ ਵਸ ਨਹੀਂ ਚੱਲੇਗਾ। ਇਹਨਾਂ ਦੇ ਪਿੱਛੋਂ ਅਸੀਂ ਆਪਣੇ ਘਰਾਂ ਵਿੱਚ ਬੰਨ੍ਹ ਲਵਾਂਗੇ, ਇਹਨਾਂ ਨੂੰ ਵੇਚ ਕੇ ਬਹੁਤ ਧਨ ਪ੍ਰਾਪਤ ਕਰਾਂਗੇ। ਅਚਾਨਕ ਇਸ ਸਮੇਂ ਲਾਭ ਪ੍ਰਾਪਤ ਹੋ ਗਿਆ ਹੈ। ਇਸ ਤਰ੍ਹਾਂ ਮੂਰਖ ਮੱਤ ਵਾਲੇ ਆਪਸ ਵਿੱਚ ਸਲਾਹ ਕਰ ਰਹੇ ਸਨ। ਉਹ ਗੁਰੂ ਜੀ ਦੇ ਘੋੜਿਆਂ ਦੇ ਉੱਤੇ ਚੜ੍ਹਨਾ ਚਾਹੁੰਦੇ ਸਨ। ਜਦ ਰਾਤ ਪਈ ਤਾਂ ਬਹੁਤ ਹਨੇਰਾ ਹੋ ਗਿਆ। ਸਤਿਗੁਰੂ ਜੀ ਉਸ ਸਮੇਂ ਵਿਸ਼ਰਾਮ ਕਰ ਰਹੇ ਸਨ। ਚੋਰ ਬਣ ਕੇ ਉਹ ਕਿਸਾਨ ਆਏ ਅਤੇ ਘੋੜਿਆਂ ਨੂੰ ਵੇਖ ਕੇ ਨੇੜੇ ਆਏ। 6 ਚੋਰ 6 ਘੋੜਿਆਂ ਵਾਸਤੇ ਡੇਰੇ ਦੇ ਨੇੜੇ ਆ ਕੇ ਸੁਚੇਤ ਹੋ ਗਏ। ਜਦ ਤੱਕ ਪਹਿਰੇਦਾਰ ਜਾਗਦਾ ਰਿਹਾ, ਘੋੜਿਆਂ ਨੂੰ ਫੜਨ ਦੀ ਤਾਕਤ ਨਾ ਪਈ। ਜਦ ਰਾਤ ਢਲੀ ਤਾਂ ਪਹਿਰੇਦਾਰ ਸੁਸਤ ਹੋ ਗਿਆ। ਨੇੜੇ ਹੋ ਕੇ ਵੇਖ ਕੇ ਉਹ ਸਮਝ ਗਏ 6ਵੇਂ ਮੰਜੀਆਂ ਘੋੜਿਆਂ ਵਾਲੇ ਪਾਸੇ ਸਨ। ਚੋਰ ਤੁਰੰਤ ਪਾਸ ਪਹੁੰਚ ਗਏ। ਜਦ ਉਹ ਘੋੜਿਆਂ ਦੇ ਰੱਸੇ ਖੋਲ੍ਹਣ ਲੱਗੇ ਤਾਂ ਮਾੜੇ ਭਾਗਾਂ ਵਾਲੇ ਤੁਰੰਤ ਅੰਨ੍ਹੇ ਹੋ ਗਏ, ਅੱਗੋਂ ਹਟ ਕੇ ਪਿੱਛੇ ਚਲੇ ਗਏ। ਜਦ ਖੋਲ੍ਹਣ ਵਾਸਤੇ ਸੱਜੇ ਪਾਸੇ ਵੱਲ ਆਪਣੀ ਬਾਂਹ ਅੱਗੇ ਕੀਤੀ, ਕੁਝ ਵੀ ਨਹੀਂ ਸੀ ਦਿਸਦਾ। ਨਜ਼ਰ ਜਾਂਦੀ ਰਹੀ। ਇਹ ਅਦਭੁਤ ਗਤੀ ਵੇਖ ਕੇ ਉਹਨਾਂ ਦੀ ਬੁੱਧੀ ਬਹੁਤ ਹੈਰਾਨ ਹੋਈ। ਜਦ ਘੋੜਿਆਂ ਤੋਂ ਦੂਰ ਚਲੇ ਜਾਂਦੇ ਸਨ ਤਾਂ ਸਭ ਵਸਤਾਂ ਅੱਗੇ ਦਿਸਣ ਲੱਗ ਜਾਂਦੀਆਂ ਸਨ। ਘੋੜਿਆਂ ਨੂੰ ਵੇਖ ਕੇ ਜਦ ਪਾਸ ਹੁੰਦੇ ਸਨ ਤਦ ਉਸੇ ਵੇਲੇ ਦਿਖਾਈ ਦੇਣਾ ਬੰਦ ਹੋ ਜਾਂਦਾ ਸੀ। ਇਹ ਵਿਧੀ ਵੇਖ ਕੇ ਕਰਾਮਾਤ ਸਹਿਤ ਜਾਣੇ ਦੀਨ ਹੋ ਕੇ ਸਾਰਿਆਂ ਨੇ ਬੰਦਨਾ ਕੀਤੀ। ਚੱਲ ਕੇ ਆਪਣੇ ਆਪਣੇ ਘਰਾਂ ਵਿੱਚ ਆ ਗਏ। ਸਾਰੇ ਇਕੱਠੇ ਹੋ ਕੇ ਗੁਰੂ ਜੀ ਦਾ ਸ੍ਰੇਸ਼ਟ ਜਸ ਕਰਦੇ ਸਨ। ਉਹਨਾਂ ਵਿੱਚ ਇੱਕ ਸਿਆਣੇ ਮਨੁੱਖ ਨੇ ਕਿਹਾ, ਇਹ ਗੁਰੂ ਜੀ ਵੱਡੇ ਅਤੇ ਮਹਾਨ ਸਮਰੱਥ ਹਨ। ਸਵੇਰ ਹੋਣ 'ਤੇ ਇਹਨਾਂ ਨੂੰ ਪ੍ਰਸੰਨ ਕਰੀਏ ਅਤੇ ਮਨ ਭਾਉਂਦਾ ਸੁੱਖ ਦਾ ਵਰ ਲਈਏ। ਸਾਰਿਆਂ ਨੇ ਮਿਲ ਕੇ ਇਹ ਸਲਾਹ ਧਾਰਨ ਕੀਤੀ, ਪਿੰਡ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਹੈ। ਇਹਨਾਂ ਪਾਸੋਂ ਵਰ ਮੰਗੀਏ ਕਿ ਪਾਣੀ ਮਿੱਠਾ ਹੋ ਜਾਏ। ਜਿੰਨੇ ਵਸਦੇ ਹੋ ਸਭ ਕੋਈ ਸੁੱਖ ਪ੍ਰਾਪਤ ਕਰੋ। ਇਹ ਸਾਰਿਆਂ ਦਾ ਸਾਂਝਾ ਕਾਰਜ ਹੈ। ਇਸ ਪ੍ਰਕਾਰ ਜੇ ਅਸੀਂ ਵਰ ਪ੍ਰਾਪਤ ਕਰੀਏ। ਸਵੇਰ ਹੋਈ ਤਾਂ ਦੁੱਧ ਨਹੀਂ ਲਿਆ, ਚਾਵਲ ਆਟਾ ਅਤੇ ਤਾਜ਼ਾ ਘਿਓ ਲਿਆ ਅਤੇ ਨਿਸ਼ਕਪਟ ਹੋ ਕੇ ਗੁਰੂ ਜੀ ਦੇ ਪਾਸ ਗਏ ਅਤੇ ਖੜ੍ਹੇ ਹੋ ਕੇ ਅਰਦਾਸ ਕੀਤੀ। ਅਸੀਂ ਕਿਸਾਨ ਅਪਰਾਧ ਕਰਨ ਵਾਲੇ ਹਾਂ, ਨੀਚਾਂ ਪਾਪੀਆਂ ਦਾ ਉਧਾਰ ਕਰਨ ਵਾਲੇ ਤੁਸੀਂ ਪਿਆਰੇ ਸਾਧੂ ਹੋ। ਧਰਤੀ ਵਿੱਚ ਤੁਹਾਡੀ ਮਹਿਮਾ ਬਹੁਤ ਤੋਂ ਬਹੁਤ ਹੈ। ਜਿੱਥੇ ਕਿੱਥੇ ਗੁਰੂ ਜੀ ਦੀ ਇਹ ਮਹਿਮਾ ਸੁਣੀ ਜਾਂਦੀ ਹੈ। ਅਸੀਂ ਅਣਜਾਣ ਖੋਟੇ ਮਨਾਂ ਵਾਲੇ ਹਾਂ। ਅਸੀਂ ਮੋਟੀ ਮੱਤ ਵਾਲੇ ਕਿਵੇਂ ਜਾਣ ਸਕਦੇ ਹਾਂ? ਆਪਣੇ ਆਪ ਨੂੰ ਬਖਸ਼ਾਉਣ ਵਾਸਤੇ ਮਿਲ ਕੇ ਚੱਲ ਕੇ ਆਏ ਹਾਂ। ਕਿਰਪਾ ਕਰਕੇ ਹੁਣ ਆਪਣੇ ਸੁਭਾਅ ਨੂੰ ਦਿਆਲੂ ਬਣਾਓ। ਉਹਨਾਂ ਦੇ ਕਪਟ ਰਹਿਤ ਮਨਾਂ ਨੂੰ ਸੁਣ ਕੇ ਕਿਰਪਾਲੂ ਗੁਰੂ ਜੀ ਨੇ ਕਿਹਾ, ਭਲਾ ਸਮਝੋ ਇਸ ਸਮੇਂ ਆਏ ਹੋ। ਆਪਣੇ ਅਪਰਾਧ ਨੂੰ ਪ੍ਰਗਟ ਕਹਿ ਦਿੱਤਾ ਹੈ, ਵਿਗੜੇ ਕਾਰਜ ਨੂੰ ਸੁਧਾਰ ਲਿਆ ਹੈ। ਸਾਰਿਆਂ ਦੀ ਦੱਸੋ ਕੀ ਕਾਮਨਾ ਹੈ, ਜੋ ਮੰਗਦੇ ਹੋ ਉਹ ਉਚਾਰਨ ਕਰੋ। ਗੁਰੂ ਜੀ ਦੀ ਕਿਰਪਾ ਨੂੰ ਕਿਸਾਨਾਂ ਨੇ ਜਾਣਿਆ ਅਤੇ ਹੱਥ ਜੋੜ ਕੇ ਬੇਨਤੀ ਕਹੀ,
ਸਾਡੇ ਪਿੰਡ ਦੀ ਜਿੱਥੋਂ ਤੱਕ ਹੱਦ ਹੈ ਸਾਰੇ ਖੂਹਾਂ ਦਾ ਜਲ ਖਾਰਾ ਹੈ, ਚੰਗਾ ਪਾਣੀ ਮਿਲਦਾ ਨਹੀਂ ਹੈ। ਤੁਸੀਂ ਮਹਾਨ ਸਤਿਪੁਰਖ ਹੋ, ਆਪਣੇ ਸ੍ਰੇਸ਼ਟ ਮੁਖ ਤੋਂ ਜੋ ਵੀ ਕਹਿੰਦੇ ਹੋ ਸੱਚ ਹੋ ਜਾਂਦਾ ਹੈ। ਇੱਥੇ ਹੁਣ ਖੂਹ ਪੁੱਟਵਾਈਏ, ਜਿਸ ਸਥਾਨ 'ਤੇ ਤੁਸੀਂ ਆਪ ਦੱਸੋ ਉੱਥੇ ਪੁੱਟੀਏ ਤੇ ਜਲ ਮਿੱਠਾ ਹੋਵੇ, ਪ੍ਰਸੰਨ ਹੋ ਕੇ ਸਾਰੇ ਪਾਣੀ ਪੀਣਗੇ। ਇਹ ਕਾਮਨਾ ਸਾਰਿਆਂ ਦੇ ਮਨ ਦੀ ਹੈ। ਆਪ ਜੀ ਦੇ ਬਚਨਾਂ ਨੂੰ ਸੁਣਨ ਦੀ ਸਾਡੀ ਸ਼ਰਧਾ ਹੈ। ਤਦ ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਧਨੁੱਖ ਨੂੰ ਸੰਭਾਲਿਆ ਤੇ ਪੱਥੇ ਵਿੱਚੋਂ ਇੱਕ ਤੀਰ ਨੂੰ ਕੱਢਿਆ, ਚਿੱਲੇ ਵਿੱਚ ਜੋੜ ਕੇ ਖਿੱਚ ਕੇ ਚਲਾਇਆ। ਤੀਰ ਬਹੁਤ ਦੂਰ ਜਾ ਕੇ ਡਿੱਗਾ ਤਾਂ ਗੁਰੂ ਜੀ ਨੇ ਬਚਨ ਕੀਤਾ, ਜਿੱਥੋਂ ਤੱਕ ਸਾਡਾ ਤੀਰ ਗਿਆ ਹੈ ਉੱਥੋਂ ਤੱਕ ਅਸੀਂ ਜਲ ਮਿੱਠਾ ਕਰ ਦਿੱਤਾ ਹੈ। ਉਸ ਤੋਂ ਉਰੇ ਜਿਹੜਾ ਖੂਹ ਲਾਵੋਗੇ ਜਲ ਮਿੱਠਾ ਹੋਵੇਗਾ, ਪੀ ਕੇ ਤ੍ਰਿਪਤ ਹੋ ਜਾਓ। ਇਹ ਸੁਣ ਕੇ ਸਾਰੇ ਕਿਸਾਨ ਬਹੁਤ ਪ੍ਰਸੰਨ ਹੋਏ ਤੇ ਹੱਥ ਜੋੜ ਕੇ ਸਾਰਿਆਂ ਨੇ ਸਿਰ ਨਿਵਾਏ। ਗੁਰੂ ਜੀ ਦੇ ਬਚਨਾਂ ਵਿੱਚ ਸ਼ਰਧਾ ਧਾਰਨ ਕੀਤੀ, ਖੂਹ ਪੁੱਟਵਾਇਆ ਤਾਂ ਸ੍ਰੇਸ਼ਟ ਜਲ ਨਿਕਲਿਆ। ਉਹਨਾਂ ਕਿਸਾਨਾਂ ਨੇ ਹੱਥ ਜੋੜ ਕੇ ਇੱਕ ਦਿਨ ਗੁਰੂ ਜੀ ਨੂੰ ਆਪਣੇ ਪਾਸ ਰੱਖਿਆ ਤੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਸੇਵਾ ਕੀਤੀ। ਗੁਰੂ ਜੀ ਨੇ ਅਗਲੇ ਦਿਨ ਘੋੜਿਆਂ 'ਤੇ ਕਾਠੀਆਂ ਪਵਾਈਆਂ ਤੇ ਘੋੜੇ 'ਤੇ ਸਵਾਰ ਹੋ ਕੇ ਗੁਰੂ ਜੀ ਅੱਗੇ ਚੱਲ ਪਏ। ਇੱਕ ਵਿਸ਼ਾਲ ਨਗਰ ਜਿਸ ਦਾ ਨਾਮ ਜੀਂਦ ਸੀ ਰਾਹ ਵਿੱਚ ਆਇਆ। ਉੱਥੇ ਚਾਰੇ ਵਰਨ ਸੁੰਦਰ ਢੰਗ ਨਾਲ ਵਸ ਰਹੇ ਸਨ। ਤੁਰਕ ਦਾ ਰਾਜ ਵੱਡਾ ਭਿਆਨਕ ਸੀ। ਬਾਦਸ਼ਾਹ ਹਿੰਦੂਆਂ ਨੂੰ ਅਧੀਨ ਕਰਕੇ ਕੁਕਰਮ ਕਰਦਾ ਸੀ। ਉੱਥੇ ਜਾ ਕੇ ਗੁਰੂ ਜੀ ਨੇ ਡੇਰਾ ਲਾ ਲਿਆ, ਜਿੱਥੇ ਵੱਡਾ ਭਲਾ ਸਥਾਨ ਵੇਖਿਆ। ਅਨਾਜ ਆਦਿ ਸਭ ਮੁੱਲ ਮੰਗਵਾਏ, ਰਸੋਈ ਤਿਆਰ ਕਰਕੇ ਖਾ ਪੀ ਕੇ ਤ੍ਰਿਪਤ ਹੋ ਗਏ। ਘੋੜਿਆਂ ਨੂੰ ਘਾਹ, ਦਾਣੇ ਅਤੇ ਨਿਹਾਰੀ ਦਿੱਤੀ ਤੇ ਸੌਂ ਕੇ ਸੁੱਖ ਨਾਲ ਰਾਤ ਗੁਜ਼ਾਰੀ। ਸਵੇਰੇ ਉੱਠ ਕੇ ਇਸ਼ਨਾਨ ਕੀਤਾ। ਫਿਰ ਗੁਰੂ ਜੀ ਨੇ ਬਚਨ ਕੀਤਾ, ਕੂਚ ਕਰੋ। ਘੋੜਿਆਂ ਉੱਤੇ ਫਿਰ ਕਾਠੀਆਂ ਪਾਈਆਂ ਤੇ ਸਵਾਰ ਹੋ ਕੇ ਅੱਗੇ ਮਾਰਗ 'ਤੇ ਚੱਲ ਪਏ। ਬਾਂਗਰ ਦੇਸ਼ ਵਿਖੇ ਜਾ ਰਹੇ ਸਨ। ਥੋੜ੍ਹੀ ਮੰਜ਼ਿਲ ਕਰਕੇ ਫਿਰ ਉਤਾਰਾ ਕਰ ਲੈਂਦੇ ਸਨ। ਜੀਂਦ ਤੋਂ ਪਰੇ ਇੱਕ ਗੁਰੂ ਜੀ ਦਾ ਸਥਾਨ ਹੈ। ਕਵੀ ਜੀ ਦੱਸਦੇ ਹਨ ਕਿ ਉੱਥੇ ਗੁਰੂ ਜੀ ਨੇ ਡੇਰਾ ਕੀਤਾ ਸੀ। ਅਸੀਂ ਖੋਜ ਕੀਤੀ ਹੈ। ਅੱਗੇ ਕੋਈ ਵੀ ਥਾਂ ਪ੍ਰਗਟ ਰੂਪ ਵਿੱਚ ਮਸ਼ਹੂਰ ਨਹੀਂ ਹੈ। ਉਸ ਸਥਾਨ 'ਤੇ ਥੋੜ੍ਹੀ ਵੀ ਸਿੱਖੀ ਨਹੀਂ ਸੀ। ਇਸ ਕਰਕੇ ਇੱਥੇ ਕਿਸੇ ਨੇ ਸਥਾਨ ਨਹੀਂ ਬਣਾਇਆ ਹੈ ਤੇ ਸਿੰਘਾਂ ਵਿੱਚ ਵੀ ਨਹੀਂ ਪ੍ਰਗਟ ਹੋਇਆ ਹੈ। ਜਿਹੜਾ ਆਗਰੇ ਨਗਰ ਵੱਲ ਰਾਹ ਜਾਂਦਾ ਸੀ, ਗੁਰੂ ਜੀ ਉਸ ਨਗਰ ਦੀ ਸੇਧ ਧਾਰ ਕੇ ਚੱਲ ਪਏ। ਰਾਹ ਵਿੱਚ ਕਿਤੇ ਵੀ ਮੁਕਾਮ ਨਾ ਕੀਤਾ ਤੇ ਕਿਸੇ ਵੀ ਮਨੁੱਖ ਦੇ ਘਰ ਨਾ ਉਤਰੇ। ਪ੍ਰਤੀ ਦਿਨ ਅੱਗੇ ਚਲੇ ਜਾ ਰਹੇ ਸਨ। ਰਾਤ ਨੂੰ ਕਿਸੇ ਥਾਂ ਉਤਾਰਾ ਕਰਕੇ ਗੁਜ਼ਾਰ ਲੈਂਦੇ ਸਨ। ਕੋਈ ਸਿੱਖ ਸੰਤ ਮਿਲ ਕੇ ਸੁੱਖ ਪਾਉਂਦਾ ਸੀ ਤੇ ਸਤਿਗੁਰੂ ਜੀ ਦੇ ਚਰਨ ਕਮਲਾਂ 'ਤੇ ਸੀਸ ਨਿਵਾਉਂਦਾ ਸੀ। ਸਭ ਤੇ ਉਦਾਸੀਨ ਹੋਏ ਚਲੇ ਜਾ ਰਹੇ ਸਨ। ਤੁਰਕਾਂ ਦੀ ਜੜ ਬੜੀ ਨੀਵੀਂ ਹੈ। ਉਸ ਜੜ ਨੂੰ ਉਖਾੜਨ ਦਾ ਉਦਮ ਧਾਰਨ ਕੀਤਾ ਹੈ। ਆਪਣੇ ਸਿਰ ਉੱਪਰ ਵੱਡਾ ਦੋਸ਼ ਲੈ ਲਿਆ ਹੈ। ਕਈ ਦਿਨ ਚੱਲਦੇ ਗਏ। ਛੋਟੀ ਮੰਜ਼ਿਲ ਤੈਅ ਕਰਕੇ ਰਾਤ ਨੂੰ ਉਤਾਰਾ ਕਰ ਲੈਂਦੇ ਸਨ ਤੇ ਭੋਜਨ ਛਕਦੇ ਸਨ ਤੇ ਘੋੜਿਆਂ ਨੂੰ ਘਾਹ, ਦਾਣੇ ਅਤੇ ਨਿਹਾਰੀ ਚਾਰਦੇ ਸਨ। ਭੋਜਨ ਮੁੱਲ ਮੰਗਵਾ ਕੇ ਛਕਦੇ ਸਨ। ਇਹ ਹੀ ਰੀਤ ਨਾਲ ਸਾਰਾ ਮਾਰਗ ਚੱਲਦੇ ਗਏ। ਤਦ ਆਗਰਾ ਨਗਰ ਨੇੜੇ ਆ ਗਿਆ। ਉਹ ਵੀ ਤੁਰਕਾਂ ਦੀ ਰਾਜਧਾਨੀ ਸੀ। ਉਸ ਸਥਾਨ 'ਤੇ ਤੁਰਕ ਬਹੁਤ ਦੇਰ ਤੱਕ ਰਹੇ ਸਨ। ਨੇੜੇ ਨੇੜੇ ਬਾਗ ਲਗਵਾਏ ਸਨ। ਬਹੁਤ ਫੁੱਲਦਾਰ ਬ੍ਰਿਛ ਖੜ੍ਹੇ ਸਨ, ਜਿਨ੍ਹਾਂ ਨੂੰ ਖੱਟੇ ਮਿੱਠੇ ਫਲ ਲੱਗੇ ਹੋਏ ਸਨ ਤੇ ਉਹਨਾਂ ਫਲਾਂ ਦੀ ਰਾਖੀ ਲਈ ਜਿੱਥੇ ਕਿੱਥੇ ਰਾਖੇ ਬੈਠੇ ਹੋਏ ਸਨ। ਕਈ ਬਹੁਤ ਭਾਰੀ ਉੱਚੇ ਬ੍ਰਿਛ ਸਨ। ਉਹਨਾਂ ਉੱਤੇ ਬੈਠੇ ਅਨੇਕਾਂ ਪੰਛੀ ਬੋਲ ਰਹੇ ਸਨ। ਸਭ ਨਾਲੋਂ ਵਿਸ਼ਾਲ ਸੁੰਦਰ ਇੱਕ ਬਾਗ ਨੂੰ ਕਿਰਪਾਲੂ ਗੁਰੂ ਜੀ ਨੇ ਵੇਖਿਆ। ਵਿੱਚ ਬਗੀਚੇ ਦੀ ਵੱਡੀ ਪਟੜੀ ਬਣੀ ਹੈ ਤੇ ਫਲਾਂ ਦੀ ਬਗੀਚੀ ਫਲਾਂ ਦੇ ਸਹਿਤ ਹੈ। ਬੈਠਣ ਵਾਸਤੇ ਥੜੇ ਬਣੇ ਹਨ, ਜਿਹੜੇ 4 ਕੋਨਿਆਂ ਵਾਲੇ ਬਣਾਏ ਹਨ। ਵਿੱਚ ਇੱਕ ਮਕਾਨ ਬਣਿਆ ਹੈ, ਜਿਸ ਨੂੰ ਕਈ ਦਰਵਾਜ਼ੇ ਲੱਗੇ ਹਨ। ਜਿੱਥੇ ਬਰਾਜਦਿਆਂ ਹੀ ਸੁੰਦਰ ਆਨੰਦ ਮਿਲਦਾ ਹੈ, ਉੱਥੇ ਜਾ ਕੇ ਪੂਰਨ ਗੁਰੂ ਜੀ ਉਤਰ ਗਏ ਤੇ ਸੁੰਦਰ ਬਾਗ ਨੂੰ ਵੇਖਣ ਲੱਗ ਗਏ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 35ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।